नमस्कार, ਇਹ ਆਕਾਸ਼ਵਾਣੀ ਜਲੰਧਰ ਹੈ। ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੋਲੈਂਡ ਅਤੇ ਯੂਕਰੇਨ ਦੇ 3 ਦਿਨਾਂ ਦੌਰੇ ਤੇ ਹੋਣਗੇ। यूपीएससी ने अमले ਅਤੇ ਸਿਖਲਾਈ ਬਾਰੇ ਵਿਭਾਗ ਦੇ ਨਿਰਦੇਸ਼ਾਂ ਤੋਂ ਬਾਅਦ ਨੌਕਰਸ਼ਾਹੀ ਵਿੱਚ ਲੈਟਰਲ ਐਂਟਰੀ ਨਾਲ ਸੰਬੰਧਿਤ ਇਸ਼ਤਿਹਾਰ ਰੱਦ ਕਰ ਦਿੱਤਾ ਹੈ। ਭਾਰਤ ਅਤੇ ਜਾਪਾਨ ਨੇ 2+2 ਮੰਤਰੀ ਪੱਧਰੀ ਗੱਲਬਾਤ ਦੌਰਾਨ ਦਵੱਲੇ ਸਹਿਯੋਗ ਦੀ ਸਮੀਖਿਆ ਕੀਤੀ ਹੈ। ਨਵੀਂ ਦਿੱਲੀ ਵਿੱਚ ਅੱਜ ਤੋਂ 2 ਦਿਨਾਂ ਯੂਰਪੀ ਯੂਨੀਅਨ ਭਾਰਤ ਟਰੈਕ 1.5 ਕਾਨਫਰੰਸ ਸ਼ੁਰੂ ਹੋਣ ਜਾ ਰਹੀ ਹੈ ਤੇ ਆਈਸੀਸੀ ਨੇ ਔਰਤਾਂ ਦੇ 9ਵੇਂ 2020 ਵਿਸ਼ਵ ਕੱਪ ਨੂੰ ਬੰਗਲਾਦੇਸ਼ ਤੋਂ यूएई ਤਬਦੀਲ ਕਰ ਦਿੱਤਾ ਹੈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੋਲੈਂਡ ਅਤੇ ਯੂਕਰੇਨ ਦੇ 3 ਦਿਨਾਂ ਦੌਰੇ ਤੇ ਹੋਣਗੇ। ਵਰਸਾਓ ਵਿੱਚ ਸ਼੍ਰੀ ਮੋਦੀ ਦਾ ਬਾਕਾਇਦਾ ਸਵਾਗਤ ਕੀਤਾ ਜਾਏਗਾ। ਪ੍ਰਧਾਨ ਮੰਤਰੀ ਆਪਨੇ ਪੋਲੈਂਡ ਦੇ ਹਮਰੁਤਬਾ ਡੋਨਲਡ ਟਸਕ ਨਾਲ ਗੱਲਬਾਤ ਕਰਨਗੇ ਅਤੇ ਰਾਸ਼ਟਰਪਤੀ ਆਂਦਰੇਸ ਦੂਦਾ ਨਾਲ ਵੀ ਮੁਲਾਕਾਤ ਕਰਨਗੇ। ਸ਼੍ਰੀ ਮੋਦੀ ਭਾਰਤੀ ਭਾਈਚਾਰੇ ਸਨਅਤੀ ਆਗੂਆਂ ਅਤੇ ਪ੍ਰਮੁੱਖ ਭਾਰਤੀ ਵਿਗਿਆਨੀਆਂ ਨਾਲ ਵੀ ਗੱਲਬਾਤ ਕਰਨਗੇ। ਪਿਛਲੇ 45 ਸਾਲਾਂ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦਾ ਪੋਲੈਂਡ ਦਾ ਇਹ ਪਹਿਲਾ ਦੌਰਾ ਹੋਏਗਾ। ਇਹ ਦੌਰਾ ਅਜਿਹੇ ਸਮੇਂ ਹੋ ਰਿਹਾ ਜਦੋਂ ਦੋਵੇਂ ਦੇਸ਼ ਸਫਾਰਤੀ ਸਬੰਧਾਂ ਦੀ ਸਥਾਪਨਾ ਦੀ 70ਵੀਂ ਵਰ੍ਹੇਗੰਢ ਮਨਾ ਰਹੇ ਨੇ। ਸ਼੍ਰੀ ਮੋਦੀ ਜਾਮਨਗਰ ਅਤੇ ਕੋਲਾਪੁਰ ਨਾਲ ਪੋਲੈਂਡ ਦੇ ਵਿਸ਼ੇਸ਼ ਸਬੰਧਾਂ ਦੀ ਪ੍ਰਤੀਕ ਯਾਦਗਾਰਾਂ ਦਾ ਵੀ ਦੌਰਾ ਕਰਨਗੇ। ਪ੍ਰਧਾਨ ਮੰਤਰੀ ਇਸ ਮਹੀਨੇ ਦੀ 23 ਤਰੀਕ ਤੋਂ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੈਂਸਕੀ ਦੇ ਸੱਦੇ ਤੇ ਯੂਕਰੇਨ ਦੇ ਅਧਿਕਾਰਕ ਦੌਰੇ ਤੇ ਹੋਣਗੇ। 1992 ਵਿੱਚ ਦੋਵਾਂ ਦੇਸ਼ਾਂ ਦਰਮਿਆਨ ਸਫਾਰਤੀ ਸਬੰਧਾਂ ਦੀ ਸਥਾਪਨਾ ਤੋਂ ਬਾਅਦ ਕਿਸੇ ਭਾਰਤੀ ਪ੍ਰਧਾਨ ਮੰਤਰੀ ਦਾ ਯੂਕਰੇਨ ਦਾ ਇਹ ਪਹਿਲਾ ਦੌਰਾ ਹੋਏਗਾ। यूपीएससी ने अमले ते सिखलाई बारे विभाग के निर्देशों तो बाद नौकरशाही विच लैटरल एंट्री नाल संबंधित इश्तिहार रद्द कर दिता है। यूपीएससी ने हाल ही विच केंद्रीय मंत्रालय विच 45 संयुक्त सकत्तरां, डायरैक्टरां अते उप सकत्तरां दी नियुक्ति लई एक इश्तिहार जारी कीता सी, जिस ते विरोधी पार्टियां ने सवाल उठाए ने। इस तो पहला कल सरकार ने यूपीएससी नूं इश्तिहार रद्द करन लई किहा सी। इस मुद्दे ते प्रतिक्रिया देंदे होए सूचना ते प्रसारण मंत्री अश्विनी वैष्णव ने कहा कि प्रधानमंत्री हमेशा समाजिक न्याय च विश्वास रखते हैं और उन्होंने प्रोग्रामां ने समाज के सब तो कमजोर वर्गां की भलाई नूं अगे वधाया है। प्रधानमंत्री नरेंद्र मोदी जी ने यूपीएससी में लैटरल एंट्री एक बहुत ही ट्रांसपेरेंट मेथड जो लिया था, उसमें रिजर्वेशन के प्रिंसिपल्स लगे, ऐसा निर्णय लिया है। जो मोदी जी की प्रतिबद्धता है वो आज के यूपीएससी में लैटरल एंट्री में रिजर्वेशन के प्रिंसिपल लगाने के निर्णय में भी क्लियरली दिखाई देती है। ਭਾਰਤ ਅਤੇ ਜਾਪਾਨ ਦਰਮਿਆਨ 2+2 ਮੰਤਰੀ ਪੱਧਰੀ ਗੱਲਬਾਤ ਕੱਲ ਨਵੀਂ ਦਿੱਲੀ ਵਿੱਚ ਹੋਈ। ਮੀਟਿੰਗ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਵਿਦੇਸ਼ ਮੰਤਰੀ ਡਾ ਐਸ ਜਯਸ਼ੰਕਰ, ਜਾਪਾਨ ਦੇ ਰੱਖਿਆ ਮੰਤਰੀ ਕਿਹਾਰਾ ਮਿਨੋਰੀ ਅਤੇ ਵਿਦੇਸ਼ ਮੰਤਰੀ ਯੋਕੋ ਕਾਮਿਕਾਵਾ ਨੇ ਹਿੱਸਾ ਲਿਆ। 2+2 ਮੀਟਿੰਗ ਦੌਰਾਨ ਮੰਤਰੀਆਂ ਨੇ ਦਵੱਲੇ ਸਹਿਯੋਗ ਦੀ ਸਮੀਖਿਆ ਕੀਤੀ ਅਤੇ ਦੋਵਾਂ ਦੇਸ਼ਾਂ ਦਰਮਿਆਨ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਨਵੀਆਂ ਪਹਿਲਕਦਮੀਆਂ ਦੀ ਘੋਖ ਕੀਤੀ। ਉਨ੍ਹਾਂ ਨੇ ਆਪਸੀ ਹਿੱਤਾਂ ਦੇ ਖੇਤਰੀ ਅਤੇ ਆਲਮੀ ਮੁੱਦਿਆਂ ਤੇ ਵੀ ਵਿਚਾਰ ਵਟਾਂਦਰਾ ਕੀਤਾ। ਮੀਟਿੰਗ ਤੋਂ ਬਾਅਦ ਪ੍ਰੈਸ ਬਿਆਨਾਂ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਪ੍ਰਸ਼ਾਂਤ ਖੇਤਰ ਵਿੱਚ ਦੋ ਅਹਿਮ ਹਿੱਸੇਦਾਰ ਹੋਣ ਦੇ ਨਾਤੇ ਭਾਰਤ ਅਤੇ ਜਾਪਾਨ ਕਈ ਤਰੀਕਿਆਂ ਨਾਲ ਅਹਿਮ ਦੇਸ਼ ਨੇ। ਉਨ੍ਹਾਂ ਕਿਹਾ ਕਿ ਇਸ ਲਈ ਭਾਰਤ ਜਾਪਾਨ ਭਾਈਵਾਲੀ ਭਾਰਤ ਪ੍ਰਸ਼ਾਂਤ ਖੇਤਰ ਵਿੱਚ ਸ਼ਾਂਤੀ ਅਤੇ ਸਥਿਰਤਾ ਲਈ ਅਹਿਮ ਹੈ। ਆਪਣੇ ਪ੍ਰੈਸ ਬਿਆਨਾਂ ਵਿੱਚ ਵਿਦੇਸ਼ ਮੰਤਰੀ ਡਾ ਐਸ ਜਯਸ਼ੰਕਰ ਨੇ ਕਿਹਾ ਕਿ ਰੱਖਿਆ ਤੇ ਹੋਈ ਇਸ ਬੈਠਕ ਵਿੱਚ ਵਿਆਪਕ ਅਤੇ ਲਾਹੇਵੰਦ ਵਿਚਾਰ ਵਟਾਂਦਰੇ ਹੋਏ ਨੇ। ਸੁਪਰੀਮ ਕੋਰਟ ਨੇ ਮੈਡੀਕਲ ਪੇਸ਼ੇਵਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇੱਕ ਰਾਸ਼ਟਰੀ ਟਾਸਕ ਫੋਰਸ ਦਾ ਗਠਨ ਕੀਤਾ ਹੈ। ਚੀਫ ਜਸਟਿਸ ਡੀ.ਵਾਈ. ਚੰਦਰਚੂੜ ਦੀ ਅਗਵਾਈ ਵਾਲੇ ਬੈਂਚ ਨੇ ਕੋਲਕਾਤਾ ਦੇ ਇੱਕ ਹਸਪਤਾਲ ਵਿੱਚ ਇੱਕ ਡਾਕਟਰ ਨਾਲ ਬਲਾਤਕਾਰ ਅਤੇ ਕਤਲ ਦੇ ਮਾਮਲੇ ਦੀ ਸੁਣਵਾਈ ਕਰਦਿਆਂ ਟਾਸਕ ਫੋਰਸ ਨੂੰ 3 ਹਫ਼ਤਿਆਂ ਵਿੱਚ ਅੰਤਰਿਮ ਰਿਪੋਰਟ ਅਤੇ 2 ਮਹੀਨਿਆਂ ਵਿੱਚ ਆਖਰੀ ਰਿਪੋਰਟ ਸੌਂਪਣ ਦਾ ਨਿਰਦੇਸ਼ ਦਿੱਤਾ ਹੈ। ਚੀਫ ਜਸਟਿਸ ਨੇ ਕਿਹਾ ਕਿ ਅਦਾਲਤ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਦੇਸ਼ ਭਰ ਵਿੱਚ ਅਪਣਾਈਆਂ ਜਾਣ ਵਾਲੀਆਂ ਰੂਪ ਰੇਖਾਵਾਂ ਬਾਰੇ ਸਿਫਾਰਸ਼ਾਂ ਦੇਣ ਲਈ ਦੇਸ਼ ਭਰ ਦੇ ਡਾਕਟਰਾਂ ਦੀ ਇੱਕ ਰਾਸ਼ਟਰੀ ਟਾਸਕ ਫੋਰਸ ਬਣਾ ਰਹੀ ਹੈ। ਬੈਂਚ ਨੇ ਕੋਲਕਾਤਾ ਬਲਾਤਕਾਰ ਤੇ ਕਤਲ ਪੀੜਤਾ ਦੇ ਨਾਂ, ਤਸਵੀਰਾਂ ਅਤੇ ਵੀਡੀਓਜ਼ ਦੇ ਕਿਸੇ ਵੀ ਸੰਦਰਭ ਸਮੇਤ ਸੋਸ਼ਲ ਮੀਡੀਆ ਸਮੱਗਰੀ ਨੂੰ ਤੁਰੰਤ ਹਟਾਉਣ ਦਾ ਨਿਰਦੇਸ਼ ਦਿੱਤਾ ਹੈ। ਇਸ ਤੋਂ ਇਲਾਵਾ ਅਦਾਲਤ ਨੇ ਕੋਲਕਾਤਾ ਦੇ ਆਰਜੀ ਕਾਰ ਹਸਪਤਾਲ ਵਿੱਚ ਰੈਜ਼ੀਡੈਂਟ ਡਾਕਟਰਾਂ, ਖਾਸ ਕਰਕੇ ਔਰਤ ਡਾਕਟਰਾਂ ਦੀ ਸੁਰੱਖਿਆ ਲਈ ਸੀਆਈਐਸਐਫ ਦੀ ਤੈਨਾਤੀ ਦਾ ਵੀ ਨਿਰਦੇਸ਼ ਦਿੱਤਾ ਹੈ।
ਬੈਂਚ ਨੇ ਪੱਛਮੀ ਬੰਗਾਲ ਸਰਕਾਰ ਅਤੇ ਹਸਪਤਾਲ ਦੇ ਅਧਿਕਾਰੀਆਂ ਦੋਹਾਂ ਵੱਲੋਂ ਕੇਸ ਨਾਲ ਨਜਿੱਠਣ ਤੇ ਸਖਤ ਅਸੰਤੁਸ਼ਟੀ ਵੀ ਜ਼ਾਹਿਰ ਕੀਤੀ ਹੈ। ਸੀਜੀਆਈ ਚੰਦਰਚੂੜ ਨੇ ਅਹਿਮ ਪ੍ਰਤੀਕਿਰਿਆਤਮਕ ਖਾਮੀਆਂ, ਖਾਸ ਤੌਰ ਤੇ ਐਫਆਈਆਰ ਦਰਜ ਕਰਨ ਵਿੱਚ ਦੇਰੀ ਅਤੇ ਹਸਪਤਾਲ ਪ੍ਰਸ਼ਾਸਨ ਤੇ ਸਥਾਨਕ ਪੁਲਿਸ ਵੱਲੋਂ ਅਪਰਾਧ ਵਾਲੀ ਥਾਂ ਨੂੰ ਠੀਕ ਤਰ੍ਹਾਂ ਨਾਲ ਨਾ ਰੱਖਣ ਦੀ ਨੁਕਤਾਚੀਨੀ ਕੀਤੀ ਹੈ। ਦੇਸ਼ ਭਰ ਵਿੱਚ ਡਾਕਟਰਾਂ ਅਤੇ ਮੈਡੀਕਲ ਪੇਸ਼ੇਵਰਾਂ ਦੇ ਕੰਮ ਕਰਨ ਵਾਲੇ ਅਸੁਰੱਖਿਅਤ ਮਾਹੌਲ ਤੇ ਡੂੰਘੀ ਚਿੰਤਾ ਜ਼ਾਹਰ ਕਰਦੇ ਹੋਏ ਅਦਾਲਤ ਨੇ ਕਿਹਾ ਕਿ ਮੌਜੂਦਾ ਕਾਨੂੰਨ ਡਾਕਟਰਾਂ ਦੀ ਸੰਸਥਾਗਤ ਸੁਰੱਖਿਆ ਨਾਲ ਉਚਿਤ ਢੰਗ ਨਾਲ ਨਹੀਂ ਨਜਿੱਠਦੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ। प्रधानमंत्री नरेंद्र मोदी हर महीने प्रसारित होने वाले अपने रेडियो प्रोग्राम मन की बात दे 113वें एपीसोड विच इस महीने की 25 तरीक ਨੂੰ ਸਵੇਰੇ 11 ਵਜੇ ਦੇਸ਼ ਵਿਦੇਸ਼ 'ਚ ਲੋਕਾਂ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਵੱਲੋਂ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਕੀਤੇ ਜਾਣ ਲਈ ਵਿਸ਼ਿਆਂ ਜਾਂ ਮੁੱਦਿਆਂ ਬਾਰੇ ਤੁਸੀਂ ਆਪਣੇ ਸੁਝਾਅ ਦੇ ਸਕਦੇ ਹੋ। ਸੁਝਾਵਾਂ ਨੂੰ ਮਾਈਗੋਵ ਓਪਨ ਫੋਰਮ ਤੇ ਸਾਂਝਾ ਕੀਤਾ ਜਾ ਸਕਦਾ ਹੈ। ਵਿਕਲਪਕ ਤੌਰ ਤੇ ਤੁਸੀਂ ਟੋਲ ਫ੍ਰੀ ਨੰਬਰ 1800117800 ਤੇ ਵੀ ਡਾਇਲ ਕਰ ਸਕਦੇ ਹੋ ਅਤੇ ਪ੍ਰਧਾਨ ਮੰਤਰੀ ਲਈ ਆਪਣਾ ਸੰਦੇਸ਼ हिंदी ਜਾਂ अंग्रेजी ਵਿੱਚ ਰਿਕਾਰਡ ਕਰ ਸਕਦੇ ਹੋ। ਰਿਕਾਰਡ ਕੀਤੇ ਗਏ ਕੁਝ ਸੁਨੇਹੇ ਪ੍ਰਸਾਰਣ ਦਾ ਹਿੱਸਾ ਬਣ ਸਕਦੇ ਨੇ। ਸੁਝਾਅ ਇਸ ਮਹੀਨੇ ਦੀ 23 ਤਰੀਕ ਤੱਕ ਸਵੀਕਾਰ ਕੀਤੇ ਜਾਣਗੇ। ਉਪ ਰਾਸ਼ਟਰਪਤੀ ਜਗਦੀਪ ਧਨਖੜ ਅੱਜ ਨਵੀਂ ਦਿੱਲੀ ਵਿੱਚ 19ਵੇਂ CII ਭਾਰਤ ਅਫਰੀਕਾ ਵਪਾਰਕ ਕਨਕਲੇਵ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਨਗੇ। 3 ਦਿਨਾਂ ਸੰਮੇਲਨ ਦਾ ਵਿਸ਼ਾ ਇੱਕ ਭਵਿੱਖ ਬਣਾਉਣਾ ਹੈ। ਇਹ ਸੰਮੇਲਨ ਵਪਾਰ, ਨਿਵੇਸ਼, ਬੁਨਿਆਦੀ ਢਾਂਚੇ, ਸਿਹਤ ਸੰਭਾਲ ਅਤੇ ਤਕਨਾਲੋਜੀ ਵਰਗੇ ਖੇਤਰਾਂ ਤੇ ਕੇਂਦਰਿਤ ਹੈ। ਇਹ ਸੰਮੇਲਨ ਕੱਲ੍ਹ ਸ਼ੁਰੂ ਹੋਇਆ ਹੈ। ਨਵੀਂ ਦਿੱਲੀ ਵਿੱਚ ਅੱਜ ਤੋਂ 2 ਦਿਨਾਂ ਯੂਰਪੀ ਯੂਨੀਅਨ ਭਾਰਤ ਟਰੈਕ 1.5 ਕਾਨਫਰੰਸ ਸ਼ੁਰੂ ਹੋਏਗੀ। ਭਾਰਤ ਅਤੇ ਯੂਰਪੀ ਯੂਨੀਅਨ ਆਨਲਾਈਨ ਤਰੀਕੇ ਨਾਲ ਕੱਟੜ ਬਣਾਉਣ ਦੇ ਮੌਜੂਦਾ ਤੇ ਉੱਭਰ ਰਹੇ ਖਤਰਿਆਂ ਤੇ ਵਿਚਾਰ ਵਟਾਂਦਰਾ ਕਰਨ ਅਤੇ ਕੱਟੜਪੰਥੀ ਤੇ ਅੱਤਵਾਦੀ ਕਾਰਕੁਨਾਂ ਵੱਲੋਂ ਆਨਲਾਈਨ ਸਪੇਸ ਦੇ ਸ਼ੋਸ਼ਣ ਦਾ ਸਾਂਝੇ ਤੌਰ ਤੇ ਮੁਕਾਬਲਾ ਕਰਨ ਦੇ ਢੰਗ ਤਰੀਕੇ ਲੱਭਣ ਲਈ ਖੇਤਰੀ ਕਾਨਫਰੰਸ ਦੀ ਮੇਜ਼ਬਾਨੀ ਕਰਨਗੇ। ਇਹ ਕਾਨਫਰੰਸ ਦੱਖਣੀ ਏਸ਼ੀਆ ਤੇ ਯੂਰਪ ਦੇ ਮਾਹਰਾਂ, ਨੀਤੀਕਾਰੀਆਂ, ਅਕਾਦਮਿਕ ਅਤੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੂੰ ਇੱਕ ਥਾਂ ਲਿਆਏਗੀ ਜੋ ਡਿਜੀਟਲ ਕੱਟੜਵਾਦ ਵਿਰੁੱਧ ਲੜਾਈ ਵਿੱਚ ਸਭ ਤੋਂ ਅੱਗੇ ਨੇ। ਕਾਨਫਰੰਸ ਦਾ ਉਦੇਸ਼ ਯੂਰਪੀ ਯੂਨੀਅਨ ਦੀ ਭਾਰਤ ਪ੍ਰਸ਼ਾਂਤ ਰਣਨੀਤੀ ਮੁਤਾਬਕ ਖੇਤਰ ਵਿੱਚ ਦਹਿਸ਼ਤਗਰਦੀ ਵਿਰੋਧੀ ਸੰਵਾਦ ਅਤੇ ਭਾਈਵਾਲੀ ਨੂੰ ਵਧਾਉਣਾ ਹੈ। ਪੰਜਾਬ ਵਿੱਚ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਹਰਿਆਲੀ ਮਿਸ਼ਨ ਤਹਿਤ ਸੂਬੇ ਭਰ ਵਿੱਚ ਇਨੇ ਦਿਨੀ ਰੁੱਖ ਲਗਾਏ ਜਾ ਰਹੇ ਨੇ। ਇਸ ਤਹਿਤ ਪਠਾਨਕੋਟ ਜ਼ਿਲ੍ਹੇ ਦੇ ਸ਼ਾਹਪੁਰ ਕੰਡੀ ਦੇ 30 ਹੈਕਟੇਅਰ ਜੰਗਲੀ ਖੇਤਰ ਵਿੱਚ ਡਰੋਨ ਰਾਹੀਂ ਕਈ ਕਿਸਮਾਂ ਦੇ ਬੀਜਾਂ ਦਾ ਛਿੜਕਾਅ ਕੀਤਾ ਗਿਆ। ਇਹ ਬੀਜ ਕੋਈ 20 ਦਿਨਾਂ ਦੇ ਅੰਦਰ ਜੰਗਲ ਵਿੱਚ ਆਪਣੇ ਆਪ ਉਗਣੇ ਸ਼ੁਰੂ ਹੋ ਜਾਣਗੇ, ਜਿਸ ਨਾਲ ਇਲਾਕੇ ਦੇ ਜੰਗਲੀ ਖੇਤਰ ਦਾ ਪਸਾਰ ਹੋਏਗਾ। ਹੋਰ ਵੇਰਵੇ ਨਾਲ ਇਹ ਰਿਪੋਰਟ। ਹਰਿਆਲੀ ਮਿਸ਼ਨ ਤਹਿਤ ਸੂਬੇ ਵਿੱਚ ਵੱਖ-ਵੱਖ ਕਿਸਮਾਂ ਦੇ 3 ਕਰੋੜ ਤੋਂ ਵੱਧ ਬੂਟੇ ਲਾਉਣ ਦਾ ਟੀਚਾ ਰੱਖਿਆ ਗਿਆ ਹੈ। ਪਠਾਨਕੋਟ ਜ਼ਿਲ੍ਹੇ ਦੇ ਧਾਰ ਬਲਾਕ ਦੇ ਪਿੰਡ ਘਟੇਰਾ ਦੇ ਜੰਗਲਾਂ ਵਿੱਚ ਪਾਇਲਟ ਪ੍ਰੋਜੈਕਟ ਤਹਿਤ ਤੁਲਸੀ, ਆਂਵਲਾ, ਜਾਮੁਨ, ਹਰੜ, ਬੇੜਾ, ਸੁਜਾਨ ਅਤੇ ਹੋਰ ਵੱਖ-ਵੱਖ ਕਿਸਮਾਂ ਦੇ ਬੀਜਾਂ ਨੂੰ ਰੇਤ ਦੇ ਛੋਟੇ ਗੋਲੇ ਬਣਾ ਕੇ ਡਰੋਨ ਰਾਹੀਂ ਜੰਗਲੀ ਖੇਤਰ ਵਿੱਚ ਛਿੜਕਿਆ ਗਿਆ। ਇਸ ਬਲਾਕ ਵਿੱਚ ਕਰੀਬ 24,000 ਹੈਕਟੇਅਰ ਜੰਗਲਾਤ ਖੇਤਰ ਹੈ ਅਤੇ ਸੰਘਣੇ ਜੰਗਲਾਂ ਕਾਰਨ ਮਜ਼ਦੂਰਾਂ ਤੇ ਹੋਰ ਸਾਧਨਾਂ ਨਾਲ ਇੱਥੇ ਬੂਟੇ ਲਗਾਉਣ ਵਿੱਚ ਕਈ ਔਕੜਾਂ ਆਉਂਦੀਆਂ ਨੇ। ਅਜਿਹੇ ਵਿੱਚ ਹੁਣ ਇਸ ਖੇਤਰ ਦੇ ਜੰਗਲਾਂ ਵਿੱਚ ਕਰੀਬ 5 ਲੱਖ ਬੀਜ ਡਰੋਨ ਰਾਹੀਂ ਬੀਜੇ ਜਾ ਰਹੇ ਨੇ। ਯਕੀਨਨ ਡਰੋਨ ਤਕਨੀਕ ਵੀ ਜੰਗਲੀ ਖੇਤਰ ਵਧਾਉਣ ਦੇ ਕੰਮ ਆ ਰਹੀ ਹੈ। ਸ਼ਿਸ਼ੂ ਸ਼ਰਮਾ ਸ਼ਾਂਤਲ, ਆਕਾਸ਼ਵਾਣੀ ਸਮਾਚਾਰ, ਜਲੰਧਰ। ਦੇਸ਼ ਦੀ ਆਜ਼ਾਦੀ ਦੀ 77ਵੀਂ ਵਰ੍ਹੇਗੰਢ ਦੇ ਜਸ਼ਨਾਂ ਨੂੰ ਜਾਰੀ ਰੱਖਦਿਆਂ ਆਕਾਸ਼ਵਾਣੀ ਜਲੰਧਰ ਅੱਜ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਸੰਗੀਤ ਸਮਾਗਮ ਸੂਫੀ ਰੰਗ ਕਰਵਾ ਰਿਹਾ ਹੈ। ਆਕਾਸ਼ਵਾਣੀ ਦੇ ਪ੍ਰੋਗਰਾਮ ਕਾਰਜਕਾਰੀ ਅਧਿਕਾਰੀ ਮੁਹੰਮਦ ਇਮਤਿਆਜ਼ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਪ੍ਰੋਗਰਾਮ ਵਿੱਚ ਪ੍ਰਸਿੱਧ ਸੂਫੀ ਗਾਇਕ ਰਜ਼ਾ ਹੀਰ ਅਤੇ ਯਾਕੂਬ ਆਪਣੀ ਸੰਗੀਤ ਪ੍ਰਤਿਭਾ ਦਾ ਵਿਖਾਲਾ ਕਰਨਗੇ। ਮੁਲਾਜ਼ਮਾਂ ਦੇ ਪ੍ਰੋਵੀਡੈਂਟ ਫੰਡ ਬਾਰੇ ਸੰਸਥਾ APFO ਨੇ ਇਸ ਸਾਲ ਜੂਨ ਵਿੱਚ ਕੁੱਲ 19,29,000 ਮੈਂਬਰਾਂ ਨੂੰ ਜੋੜਿਆ, ਜਿਸ ਨਾਲ ਪਿਛਲੇ ਸਾਲ ਦੇ ਇਸ ਮਹੀਨੇ ਦੇ ਮੁਕਾਬਲੇ 7.86% ਦਾ ਵਾਧਾ ਦਰਜ ਕੀਤਾ ਗਿਆ ਹੈ। ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ ICC ਨੇ ਔਰਤਾਂ ਦੇ 9ਵੇਂ T20 ਵਿਸ਼ਵ ਕੱਪ ਨੂੰ ਬੰਗਲਾਦੇਸ਼ ਤੋਂ ਸੰਯੁਕਤ ਅਰਬ ਅਮੀਰਾਤ UAE ਤਬਦੀਲ ਕਰ ਦਿੱਤਾ ਹੈ, ਜਦੋਂ ਕਿ ਬੰਗਲਾਦੇਸ਼ ਕ੍ਰਿਕਟ ਬੋਰਡ ਇਸ ਟੂਰਨਾਮੈਂਟ ਦੀ ਅਧਿਕਾਰਕ ਮੇਜ਼ਬਾਨੀ ਜਾਰੀ ਰੱਖੇਗਾ। ਇਹ ਟੂਰਨਾਮੈਂਟ 3 ਤੋਂ 20 ਅਕਤੂਬਰ ਤੱਕ UAE ਦੇ ਦੋਸਤਾਨਾ ਦੁਬਈ ਅਤੇ ਸ਼ਾਰਜਾ ਵਿਖੇ ਹੋਏਗਾ। ICC ਦੇ ਮੁੱਖ ਕਾਰਜਕਾਰੀ ਜੋਫ ਅਲਾਟਾਈਸ ਨੇ ਇੱਕ ਬਿਆਨ ਵਿੱਚ ਇਸ ਫੈਸਲੇ ਦੀ ਪੁਸ਼ਟੀ ਕੀਤੀ ਹੈ। ਆਖਿਰ ਵਿੱਚ ਖਾਸ ਖਬਰਾਂ ਇੱਕ ਵਾਰ ਫੇਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੋਲੈਂਡ ਅਤੇ ਯੂਕਰੇਨ ਦੇ 3 ਦਿਨਾਂ ਦੌਰੇ ਤੇ ਹੋਣਗੇ। UPSC ਨੇ ਅਮਲੇ ਤੇ ਸਿਖਲਾਈ ਬਾਰੇ ਵਿਭਾਗ ਦੇ ਨਿਰਦੇਸ਼ਾਂ ਤੋਂ ਬਾਅਦ ਨੌਕਰਸ਼ਾਹੀ ਵਿੱਚ ਲੈਟਰਲ ਐਂਟਰੀ ਨਾਲ ਸੰਬੰਧਿਤ ਇਸ਼ਤਿਹਾਰ ਰੱਦ ਕਰ ਦਿੱਤਾ ਹੈ। ਭਾਰਤ ਅਤੇ ਜਾਪਾਨ ਨੇ 2+2 ਮੰਤਰੀ ਪੱਧਰੀ ਗੱਲਬਾਤ ਦੌਰਾਨ ਦੁਵੱਲੇ ਸਹਿਯੋਗ ਦੀ ਸਮੀਖਿਆ ਕੀਤੀ ਹੈ। ਨਵੀਂ ਦਿੱਲੀ ਵਿੱਚ ਅੱਜ ਤੋਂ 2 ਦਿਨਾਂ ਯੂਰਪੀ ਯੂਨੀਅਨ ਭਾਰਤ ਟਰੈਕ 1.5 ਕਾਨਫਰੰਸ ਸ਼ੁਰੂ ਹੋਏਗੀ।
ਤੇ ਆਈਸੀਸੀ ਨੇ ਔਰਤਾਂ ਦੇ 9ਵੇਂ T20 ਵਿਸ਼ਵ ਕੱਪ ਨੂੰ ਬੰਗਲਾਦੇਸ਼ ਤੋਂ UAE ਤਬਦੀਲ ਕਰ ਦਿੱਤਾ ਹੈ। ਇਸ ਦੇ ਨਾਲ ਹੀ ਆਕਾਸ਼ਵਾਣੀ ਜਲੰਧਰ ਤੋਂ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।